ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਗੁਰੂ ਕਲਗੀਧਰ ਪਿਤਾ ਦੀ ਉਸ ਇਲਾਹੀ ਜੋਤ ਦੇ ਉਸ ਨੂਰਾਨੀ ਜੋਤ ਦੇ ਦਰਸ਼ਨ ਕਰੀਏ, ਉਹਨਾਂ ਦੀ ਬਾਣੀ ਰਾਹੀਂ। ਉਹਨਾਂ ਦਾ ਬਾਣੀ ਆਪਣੀ ਕਲਮ ਦੇ ਨਾਲ ਸੁਨੇਹਾ ਕੀ ਹੈ ਉਸ ਨੂੰ ਕਦੀ ਸਮਝੀਏ, ਉਸ ਭਾਸ਼ਾ ਨੂੰ ਸਮਝੀਏ ਜਿਹੜੀ ਭਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਰਤੀ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਹੁਤ ਜਗ੍ਹਾ ਦੇ ਉੱਤੇ ਸੰਸਕ੍ਰਿਤ ਵੀ ਹੈ, ਹੋਰ ਵੀ ਭਾਸ਼ਾਵਾਂ ਹਨ, ਬ੍ਰਜ ਵੀ ਹੈ, ਪਰ ਗੁਰੂ ਕਲਗੀਧਰ ਪਿਤਾ ਦੀ ਬਹੁਤੀ ਭਾਸ਼ਾ ਦੇ ਵਿੱਚ ਬ੍ਰਜ ਵੀ ਹੈ, ਸੰਸਕ੍ਰਿਤ ਵੀ ਹੈ, ਪੰਜਾਬੀ ਵੀ ਹੈ, ਫਾਰਸੀ ਵੀ ਹੈ। ਸੋ ਬਹੁਤ ਹੀ ਆਲਮ ਫਾਜ਼ਲ ਵਿਅਕਤੀ ਇਸ ਨੂੰ ਹਾਸਲ ਕਰ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਕਸਦ ਸੀ, ਸਾਹਿਬ ਸ੍ਰੀ ਗੁਰੂ ਗੋਬਿੰਦ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਗੱਲ ਬਾਰ-ਬਾਰ ਸਪਸ਼ਟ ਕੀਤੀ ਗਈ ਕਿ ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀਏ। ਇਹ ਗੁਰੂ ਦੀ ਜੋਤ ਹੀ ਸੀ ਜਿਹੜੀ ਦੂਸਰੇ ਗੁਰੂ ਸਾਹਿਬ ਦੇ ਵਿੱਚ ਸਥਾਪਿਤ ਕੀਤੀ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਇਸ ਨੂੰ ਬਹੁਤ ਹੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਲਿਖਦੇ ਹਨ ਕਿ ਪ੍ਰਿਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਏ ਕਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਕਮਾਲ ਦੀ ਗੱਲ ਇਹ ਹੈ, ਕੱਲ੍ਹ ਨੂੰ ਕੋਈ ਭੁਲੇਖਾ ਨਾ ਪੈ ਜਾਏ, ਕੋਈ ਇੰਟਰਪੋਲੇਸ਼ਨ ਨਾ ਹੋ ਜਾਏ, ਕੋਈ ਵਿੱਚ ਤਬਦੀਲੀ ਨਾ ਹੋ ਜਾਏ। ਜਿਹੜੇ 9 ਗੁਰੂ ਸਾਹਿਬ ਹਨ ਉਹਨਾਂ ਦਾ ਜ਼ਿਕਰ ਗੁਰੂ ਕਲਗੀਧਰ ਪਿਤਾ ਨੇ ਖੁਦ ਕਰ ਦਿੱਤਾ ਹੈ। ਔਰ ਫਿਰ ਚੂੰਕਿ ਗੁਰੂ ਕਲਗੀਧਰ ਪਿਤਾ ਆਪਣੀ ਕਲਮ ਤੋਂ ਲਿਖ ਰਹੇ ਹਨ, ਇਹ ਜਿਹੜੀ ਪੌੜੀ ਹੈ ਇਸ ਦੀ ਸਮਾਪਤੀ ਤੇਗ ਬਹਾਦਰ ਸਿਮਰੀਏ ਕਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ ਦੇ ਉੱਤੇ ਹੋ ਜਾਂਦੀ ਹੈ। ਇਸ ਤੋਂ ਬਾਅਦ ਇਹ ਪੌੜੀ ਸਮਾਪਤ ਹੈ। ਜੇਕਰ ਕੋਈ ਗੁਰੂ ਸਾਹਿਬ ਦਾ ਸਿੱਖ ਲਿਖਦਾ, ਕੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਛੱਡਦਾ? ਕਿਉਂਕਿ ਗੁਰੂ ਕਲਗੀਧਰ ਪਿਤਾ ਖੁਦ ਲਿਖ ਰਹੇ ਹਨ, ਇਸ ਲਈ ਉਹ 9 ਗੁਰੂ ਸਾਹਿਬ ਦਾ ਨਾਮ ਲਿਖ ਰਹੇ ਹਨ। ਨਾ ਕੇਵਲ ਇੱਥੇ, ਫਿਰ ਅੱਗੇ ਵੀ ਜਾ ਕੇ ਇੱਕ ਜਗ੍ਹਾ ਹੋਰ ਲਿਖਦੇ ਹਨ ਗੁਰੂ ਕਲਗੀਧਰ ਪਿਤਾ, ਸ੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਸਹਾਇਓ ਕਹਾਇਓ, ਸਾਧਨ ਲਖਾ ਮੂੜ ਨਹੀਂ ਪਾਇਓ, ਪਿੰਨ ਪਿੰਨ ਸਭਹੂ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿਧਾਰਥ ਨੇ ਆਈ। ਇਹ ਬਹੁਤ ਹੀ ਅਹਿਮ ਹੈ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਫਰਮਾ ਰਹੇ ਹਨ ਕਿ ਉਹੀ ਗੁਰੂ ਨਾਨਕ ਦੇਵ ਜੀ ਹਨ, ਉਹੀ ਗੁਰੂ ਅੰਗਦ ਦੇਵ ਜੀ ਹਨ, ਉਹੀ ਗੁਰੂ ਅਮਰਦਾਸ ਜੀ ਹਨ। ਇਹੀ ਵੱਖ-ਵੱਖ ਰੂਪ ਬਦਲੇ ਹਨ, ਮਗਰ ਇੱਕ ਗੱਲ ਕਹਿੰਦੇ ਹਨ, ਸਾਧਨ ਲਖਾ ਮੂੜ ਨਹੀਂ ਪਾਇਓ। ਜਿਹੜੇ ਮੂਰਖ ਹਨ ਉਹਨਾਂ ਨੂੰ ਇਹ ਗੱਲ ਨਹੀਂ ਸਮਝ ਆਏਗੀ। ਆਰਫਾਨੀ ਬਿਰਤੀ ਵਾਲੇ, ਸਾਧੂ ਬਿਰਤੀ ਵਾਲੇ, ਸ਼ਰਧਾ ਵਾਲਿਆਂ ਨੂੰ ਇਹ ਗੱਲ ਸਮਝ ਆ ਜਾਏਗੀ। ਉਹ ਗੁਰੂ ਨਾਨਕ ਪਾਤਸ਼ਾਹ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਕੋ ਰੂਪ ਜਾਣਨਗੇ। ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਨ, ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ, ਹਮੂ ਰਤਨ ਜੋਹਰ, ਹਮੂ ਮਾਣਕ ਅਸਤ। ਇੱਕ ਇਹ ਦੂਜਾ ਸਿਧਾਂਤ ਜਿਹੜਾ ਗੁਰੂ ਸਾਹਿਬ ਨੇ ਦਿੱਤਾ। ਇਸ ਤੋਂ ਪਹਿਲਾਂ ਬੜੇ ਲੋਕ ਸਨ, ਜਾਂ ਤਾਂ ਉਹ ਬਹੁਤ ਸੂਰਮੇ ਸਨ, ਯੋਧੇ ਸਨ, ਤੇ ਜਾਂ ਬਿਲਕੁਲ ਕੰਦਰਾਵਾਂ ਛੁਪੇ ਹੋਏ ਸਾਧੂ ਸਨ। ਜਿਹੜੇ ਬਿਲਕੁਲ ਸਾਧੂ ਸਨ ਉਹ ਨਿਰਸਤਰ ਹੋ ਕੇ ਬਿਲਕੁਲ ਕਮਜ਼ੋਰ ਹੋ ਗਏ, ਔਰ ਜਿਨ੍ਹਾਂ ਦੇ ਕੋਲ ਹਥਿਆਰ ਸਨ ਉਹਨਾਂ ਤੇ ਕੋਈ ਅਧਿਆਤਮਕਤਾ ਨਹੀਂ ਸੀ, ਉਹ ਜ਼ਾਲਮ ਹੋ ਗਏ। ਪੁਰਾਤਨ ਭਾਰਤੀ ਸੰਸਕ੍ਰਿਤੀ ਨੇ ਕਿਹਾ ਕਿ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਜਾਂ ਤਾਂ ਜਨਨੀ ਜੰਮੇ ਤਾਂ ਸੂਰਮਾ ਜੰਮੇ, ਜਾਂ ਭਗਤ ਜੰਮੇ, ਜਾਂ ਕਿਹਾ। ਪਰ ਗੁਰੂ ਕਲਗੀਧਰ ਪਿਤਾ ਕਹਿੰਦੇ ਨਹੀਂ, ਧਨ ਜੀਓ ਤੇਹ ਕੋ ਜਗ ਮੇ ਮੁਖ ਤੇ ਹਰ ਚਿੱਤ ਮੇ ਜੁਧ ਵਿਚਾਰੇ, ਦੇਹ ਅਨਿਤ ਨ ਨਿਤ ਰਹੇ ਜਸ ਨਾਵ ਚੜੇ ਭਵ ਸਾਗਰ ਤਾਰੇ, ਧੀਰਜ ਤਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਜਿਆਰੇ, ਗਿਆਨਹਿ ਕੀ ਬੜਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬਹਾਰੇ। ਇੱਥੇ ਤੱਕ ਗੁਰੂ ਸਾਹਿਬ ਨੇ ਕਹਿਤਾ, ਤੁਸੀਂ ਆਪਣੀ ਖੜਗ, ਤੁਸੀਂ ਆਪਣੀ ਤਲਵਾਰ ਛੱਡ ਦਿਓ, ਤਲਵਾਰ ਦੇ ਦਸਤੇ ਤੋਂ ਤੁਸੀਂ ਹੱਥ ਹਟਾ ਲਓ, ਉਸ ਦੇ ਮਿਆਨ ਤੋਂ ਹੱਥ ਹਟਾ ਲਓ। ਹਜ਼ੂਰ ਕਹਿੰਦੇ ਨੇ, ਖੜਗ ਹਾਥ ਜਿਨ ਤਜੋ ਖੜਗ ਦਹਾਰਾ ਸਹੋ।
ਤੁਸੀਂ ਅਗਰ ਜਿਸ ਦਿਨ ਆਪਣੇ ਸ੍ਰੀ ਸਾਹਿਬ ਦੇ ਉੱਤੋਂ ਆਪਣਾ ਹੱਥ ਹਟਾ ਲਿਆ, ਉਹ ਸ੍ਰੀ ਸਾਹਿਬ ਤੁਹਾਡੀ ਹੀ ਗਰਦਨ ਦੇ ਉੱਤੇ ਵੱਜੇਗੀ। ਹਜ਼ੂਰ ਨੇ ਕਿਹਾ, ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੇ ਬਨਾਏ, ਤਿਨ ਕਰ ਆਪਣੋ ਹਾਥ ਦੇ ਅਸਧੁਜ ਲੇਤ ਬਚਾਏ। ਅਸਧੁਜ, ਅਸਕੇਤ, ਖੜਗ ਦੁਜ, ਖੜਗ ਕੇਤ ਇੱਕੋ ਹੀ ਲਫ਼ਜ਼ ਹਨ। ਨਿਸ਼ਾਨ ਸਾਹਿਬ ਨੂੰ ਕਿਹਾ ਵਾਹਿਗੁਰੂ ਦਾ ਚਿੰਨ੍ਹ ਹੈ ਜਿਸ ਦੇ ਵਿੱਚ ਖੰਡੇ ਔਰ ਕਿਰਪਾਨਾਂ ਦਾ ਨਿਸ਼ਾਨ ਹੈ। ਵਾਹਿਗੁਰੂ ਦੀ ਨਿਸ਼ਾਨੀ ਵੀ ਅਸਕੇਤ ਹੈ। ਫਿਰ ਦੂਸਰੀ ਗੱਲ ਹਜ਼ੂਰ ਨੇ ਜਿਹੜੀ ਬਹੁਤ ਵੱਡੀ ਗੱਲ ਕਹੀ ਕਿ ਇਹ ਜੋ ਸੰਸਾਰ ਦੇ ਵਿੱਚ ਜੋ ਵੀ ਨਾਟਕ ਹੈ, ਜੋ ਚੱਲ ਰਿਹਾ ਹੈ, ਉਹ ਕਹਿੰਦੇ ਹਨ ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ਰ ਸੋ। ਇਹ ਬਾਬੇ ਕੇ ਔਰ ਬਾਬਰ ਕੇ ਦੋਨੋਂ ਅਕਾਲ ਪੁਰਖ ਦੇ ਹੁਕਮ ਨਾਲ ਆਏ ਹੈ। ਨਾ ਤਾਂ ਬਾਬੇ ਕਿਆਂ ਨੇ ਕਦੀ ਖਤਮ ਹੋਣਾ ਹੈ, ਨਾ ਹੀ ਕਦੀ ਬਾਬਰ ਕਿਆਂ ਨੇ ਖਤਮ ਹੋਣਾ ਹੈ, ਨਾ ਹੀ ਕਦੀ ਬਾਬੇ ਕਿਆਂ ਨੇ ਖਤਮ ਹੋਣਾ ਹੈ। ਇਹ ਦੋਨੋਂ ਵਾਹਿਗੁਰੂ ਦੇ ਆਪਣੇ ਸਿਰਜੇ ਹੋਏ ਹਨ, ਜਿਹੜੇ ਸੰਸਾਰ ਦਾ ਬੈਲੈਂਸ ਕਾਇਮ ਰੱਖਣ ਲਈ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੇ ਉਪਦੇਸ਼ ਦਿੱਤੇ ਸੀ, ਪੂਜਾ ਅਕਾਲ ਕੀ, ਪਰਚਾ ਸ਼ਬਦ का, दीदार खालसे का, भला अमल प्रशादे का, भला सरबत का। गुरु गोबिंद सिंह साहब का एक अकाल पुरख के उत्ते कितना अटुट भरोसा है। हजूर कह रहे हैं, कोई दिजेश को मानत है और कऊ महेश को एश बताया है। कोई कहे बिश्नो बिश्नायक, जाए भजे अग ओ कटे हैं। बार हजार विचार अरेजड़, अंत समय सब ही तज जय हैं। ताही को ध्यान प्रमाण हिए, जो थे अब हैं और आगे वो हैं। हजूर ने एक अकाल पुरख नूं छड्ड के होर पूजा दे उत्ते जो उन्होंने कहा, माटी के लिंग बनाए के पूजत, ता मैं कहो इनका सिद्ध पाई। जो निर्जोत भयो जग जानत, ताही के आगे लै जोत जगाई। पाए परे परमेश्वर जान, अजान बड़े करके हटताई। चेत अचेत सुचेतन को चित, की तज के चटदे दुचताई। दूसरा जिहड़ा हजूर दा उपदेश सी, परचा शब्द का। गुरु साहब दी अपनी बाणी अथाह सी, बेअंत सी, जिहड़ी गुरु साहब ने अमृत लई भी वरती, नित दे लई भी वरती, सब कुछ कीता। पर जदों गुरता गद्दी देण दा समां आया, हजूर सतगुर सच्चे पातशाह ने साहिब श्री गुरु ग्रंथ साहिब जी नूं चंवर और छतर दा मालक, वाहिद मालक बना के उन्होंने गुरु ग्रंथ साहिब नूं जुगो जुग अटल उन्होंने अपनी 10 पातशाहियां दी जिहड़ी जोत सी साहिब श्री गुरु ग्रंथ साहिब विच कर दित्ती। अज तो बाद गुरु केवल गुरु ग्रंथ साहिब है। बाकी गुरु गोबिंद सिंह साहब दी बाणी नितनेम लई, अमृत संचार लई, रोज़ाना दे सारे रहत लई, हर चीज़ लई वो बाणी है। पर गुरु केवल गुरु ग्रंथ साहिब दा। केसर सिंह छिब्बर लिखदा है कि हजूर सतगुर सच्चे पातशाह नूं कहा कि सतगुरु ये जिहड़ियां पोथियां हन जिहदे विच गुरु गोबिंद सिंह साहब दी बाणी है, इनू भी इहदे विच रलाना चाहिदा है गुरु ग्रंथ साहिब बारे। हजूर ने कहा ग्रंथ तां है ये जो है ये मेरी खेड है। और फिर नाल कहा जेड़ा ग्रंथों गया वो जहानों गया। ये परचा शब्द का कितना गुरु साहब का अटुट विश्वास है। दीदार खालसे का, निम्रता दी हद है, निम्रता दियां सिखर है या डुंगाइयां है। जिहड़ी जदों गुरु साहब जिक्र कर रहे हैं, कहंदे मेर कियो तृण ते मोहे जाहे, गरीब निवाज ना दूसर तोसो। ये सतगुर सच्चे पातशाह, मेरे वर्गे तृण तिनके वर्गे दे उत्ते तू रहमत कीती है। सेव करी तुमरी तिनके छिन में धन लागत धाम भरोसो। या कल मैं सब काल कृपान की, भारी बुजान को भारी भरोसो। तू जिहड़ा है भारी भुजान है, तेरे हथ दे विच कृपान है। नमो अस्त्र पाणे, नमो शस्त्र माणे। तेरे हत्थां दे विच अस्त्र भी हन, तेरे हत्थां दे विच शस्त्र भी हन। और अकाल पुरख के बारे कहते न जातंग न पातंग न रूपंग न रंगंग, नमो आद अभंगे, नमो आद अभंगे। जेकर गुरु साहब लिख रहे हैं अपने आप नूं कीट कह रहे हैं, तृण कह रहे हैं,
ਤਿਨਕਾ ਕਹਿ ਰਹੇ ਹਨ, ਫਿਰ ਨਾਲ ਇਹ ਵੀ ਕਹਿ ਰਹੇ ਹਨ, ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ। ਨਿਮਰਤਾ ਦੀ ਹੱਦ ਹੈ, ਨਿਮਰਤਾ ਦੀ ਸਿਖਰ ਹੈ ਜਦੋਂ ਗੁਰੂ ਸਾਹਿਬ ਆਪਣੇ ਬਾਰੇ ਵੀ ਲਿਖ ਰਹੇ ਹਨ। ਪਰ ਦੂਸਰੇ ਪਾਸੇ ਧਰਮਪਾਲ ਆਸ਼ਟਾ ਲਿਖਦੇ ਹਨ, ਸਾਰੇ ਸੰਸਾਰ ਦੇ ਵਿੱਚ ਸ਼੍ਰੀ ਰਾਮ ਔਰ ਸ਼੍ਰੀ ਕ੍ਰਿਸ਼ਨ ਨੂੰ ਭਗਵਾਨ ਕਰਕੇ ਮੰਨਿਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਧਰਤੀ ਦੇ ਧਰਾਤਲ ਦੇ ਉੱਤੇ ਲੈ ਆਂਦਾ, ਰੋਵੇ ਰਾਮ ਨਿਕਾਲਾ ਭਇਆ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਲਿਖ ਦਿੱਤਾ, ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਉਪਾਏ, ਉਸਾਰੇ ਗੜੇ ਫੇਰ ਮੇਟੇ ਬਣਾਏ। ਜਦੋਂ ਆਪਣੇ ਬਾਰੇ ਕਹਿੰਦੇ ਨੇ ਤਾਂ ਵੀ ਕਹਿੰਦੇ ਹਨ, ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ। ਫਿਰ ਦੂਸਰੀ ਗੱਲ ਜਿਹੜੀ ਦੀਦਾਰ ਖਾਲਸੇ ਕਾ ਦੀ ਗੱਲ ਹੈ, ਮਨੂ ਸਿਮਰਤੀ ਦੇ ਵਿੱਚ ਅੰਕਿਤ ਹੈ ਕਿ ਬ੍ਰਾਹਮਣ ਦਾ ਕੰਮ ਸੇਵਾ ਕਰਵਾਉਣਾ ਹੈ, ਬ੍ਰਾਹਮਣ ਕਿਸੇ ਦੀ ਸੇਵਾ ਨਾ ਕਰੇ। ਹੁਣ ਗੁਰੂ ਸਾਹਿਬ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਔਰ ਉਸ ਵੇਲੇ ਜੋ ਕੁਝ ਉਹ ਕਹਿ ਰਹੇ ਹਨ, ਹਜ਼ੂਰ ਖੁਦ ਆਪਣੀ ਕਲਮ ਤੋਂ ਕਹਿ ਰਹੇ ਹਨ, ਜੁੱਧ ਜਿਤੇ ਇਨਹੀ ਕੇ ਪ੍ਰਸਾਦ, इन्हीं के प्रसाद सो दान करे, अग औग टरे इन्हीं के प्रसाद, इन्हीं की कृपा फुन धाम भरे, इन्हीं के प्रसाद सो विद्या लई, इन्हीं की कृपा सब सतर मरे, इन्हीं की कृपा के सजे हम हैं, नहीं मोसों गरीब करोड़ परे। फिर नाल कहता, सेव करी इन्हीं की भावत, और की सेव सुहात न जी को, दान देओ इन्हीं को भलो, और आन को दान न लागत नीको, आगे फले इन्हीं को देओ, जग में जस और दयो सब फीको। नाल कहता, मोह ग्रह में मन ते तन ते, सिर लो तन है सब ही इन्हीं को। उस वेले गुरु साहब ने खुद लिखिया कि पंडित जी ने कहा, साडा की फिर हुण इस दे विच रोल होया। हजूर कहते, जो कुछ लेख लिखियो बिधना सोई पायत, मिसरजू शोक निवारो, मेरो कछ अपराध नहीं गयो, याद ते भूल ने कोप चितारो। हजूर कहन लगे, मैनू तुहाडा ख्याल ही भुल गया, होर कोई गल नहीं, मैनू तुहाडी याद ही नहीं रही। उस वेले हजूर ने लिखिया, चट पटाए चित में जरियो, तृण ज्यो क्रुद्ध होए, खोज रोग के हेत लगदे हो मिसर जू रोए। जिवें सुक्के तीलियां नूं अग लगदी है, इदां ਉਹ तहां मार के रो पिया कि साडा हुण इस दे विच कोई रोल नहीं रहा। समा है एक छोटे ਜਿਹੇ वक्फे दा, मुड़ हाज़र हुंदे।